ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਇਹ ਗੁਰਸਿੱਖ ਦੇ ਅੰਦਰ ਕਿਹੜੇ ਸ਼ੁਭ ਗੁਣ ਹੋਣੇ ਚਾਹੀਦੇ ਨੇ। ਜਿਵੇਂ ਕਿ ਗੁਰੂ ਸਾਹਿਬ ਦਾ ਫਰਮਾਨ ਹੈ, ਵਿਣ ਗੁਣ ਕੀਤੇ ਭਗਤ ਨਾ ਹੋਏ, ਭਾਵ ਵਿਣ ਭਾਵ ਵਿਦਾਊਟ, ਗੁਣ ਭਾਵ ਵਰਚੂਜ਼, विदाउट virtues भगत ना होए, भगती नहीं हो सकती। That means without having certain virtues in you, you cannot do devotional worship। ਕਹਿਣ ਦਾ ਭਾਵ, ਜੇ ਅਸੀਂ ਸ਼ੁਭ ਗੁਣਾਂ ਨੂੰ ਧਾਰਨ ਨਹੀਂ ਕਰਦੇ ਤਾਂ ਸਾਡੇ ਹਿਰਦੇ ਦੇ ਅੰਦਰ ਭਗਤੀ ਰੂਪ ਖਜ਼ਾਨਾ ਨਹੀਂ ਵਸ ਸਕਦਾ। ਫਿਰ ਅਸੀਂ ਵਿਚਾਰ ਕਰਾਂਗੇ ਕਿ ਗੁਰਬਾਣੀ ਅਨੁਸਾਰ ਸ਼ੁਭ ਗੁਣਾਂ ਨੂੰ ਧਾਰਨ ਕਰਨਾ ਹੀ ਨਾਮ ਜਪਣਾ ਹੈ ਕਿ ਨਾਮ ਅਤੇ ਸ਼ੁਭ ਗੁਣ ਦੋ ਵੱਖਰੀ ਸ਼ੈ ਨੇ। ਇੱਕ ਗੁਰਸਿੱਖ ਨੂੰ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ। ਜਿੰਨਾ ਹੋ ਸਕੇ ਇਹ ਗੁਰਸਿੱਖ ਦਾ ਵਰਤਾਰਾ ਦੁਨੀਆ ਵਿੱਚ ਪ੍ਰੇਮ ਨਿਮਰਤਾ ਵਾਲਾ ਹੋਣਾ ਚਾਹੀਦਾ ਹੈ। ਕਠੋਰ ਅਤੇ ਕੜਵੇ ਬਚਨਾਂ ਨੂੰ ਬੋਲਣ ਦੀ ਥਾਂ ਇੱਕ ਗੁਰਸਿੱਖ ਨੂੰ ਮਿੱਠੇ ਬਚਨ ਕਰਨੇ ਚਾਹੀਦੇ ਨੇ। ਪਰੰਤੂ ਹਾਂ, ਕਈ ਵਾਰੀ ਇੱਦਾਂ ਹੁੰਦਾ ਆ ਕਿ ਸੱਚ ਦੱਸਣਾ ਹੀ ਪੈਂਦਾ ਹੈ ਅਤੇ ਸੱਚ ਦੂਜੇ ਬੰਦੇ ਨੂੰ ਕਈ ਵਾਰੀ ਕੜਵਾ ਲੱਗਣ ਦੀ ਸੰਭਾਵਨਾ ਹੁੰਦੀ ਹੈ। ਇਸ ਸਥਿਤੀ ਵਿੱਚ ਇੱਕ ਗੁਰਸਿੱਖ ਨੂੰ ਚਾਹੀਦਾ ਹੈ ਕਿ ਉਹ ਸੱਚ ਨੂੰ ਤਾਂ ਪ੍ਰਗਟ ਕਰੇ, ਪਰੰਤੂ ਇਸ ਪ੍ਰਕਾਰ ਕਰੇ ਕਿ ਦੂਜੇ ਦਾ ਹਿਰਦਾ ਨਾ ਦੁਖੇ। ਭਾਵ ਜਿਵੇਂ ਆਯੁਰਵੇਦ ਵਿੱਚ ਕੜਵੀ ਦਵਾਈਆਂ ਨੂੰ ਕੈਪਸੂਲ ਵਿੱਚ ਪਾ ਕੇ ਦੇ ਦਿੱਤਾ ਜਾਂਦਾ ਹੈ, ਉਸੇ ਪ੍ਰਕਾਰ ਇੱਕ ਗੁਰਸਿੱਖ ਨੂੰ ਕੜਵਾ ਸੱਚ ਇੱਕ ਮਿੱਠੇ ਕੈਪਸੂਲ ਵਿੱਚ ਪਾ ਕੇ ਵਰਤਾ ਦੇਣਾ ਚਾਹੀਦਾ ਹੈ। ਗੁਰਸਿੱਖ ਦਾ ਜੀਵਨ ਸੱਚਾ, ਸੁੱਚਾ ਅਤੇ ਸੱਤ ਨਾਲ ਝਲਕਦਾ ਹੋਣਾ ਚਾਹੀਦਾ ਹੈ। ਜੋ ਮਨ ਵਿੱਚ ਹੈ ਉਹੀ ਮੁਖ ਵਿੱਚ ਹੈ ਅਤੇ ਉਹੀ ਕਰਮਾਂ ਵਿੱਚ ਹੈ। ਇਸੇ ਪ੍ਰਕਾਰ ਹਰ ਥੋੜ੍ਹੀ ਦੇਰ ਬਾਅਦ ਝੂਠ ਨਾ ਬੋਲਦਾ ਹੋਵੇ, ਸੱਚ ਨੂੰ ਸਭ ਤੋਂ ਉੱਤੇ ਰੱਖਦਾ ਹੋਵੇ। ਸੱਚ ਬੋਲਣ ਵਿੱਚ ਕੁਝ ਹੋਰ ਨੁਕਤੇ ਤੇ ਭੇਦ ਨੇ, ਪਰ ਵੀਡੀਓ ਦੇ ਵਿਸਥਾਰ ਤੋਂ ਬਚਣ ਵਾਸਤੇ ਅੱਜ ਆਪਾਂ ਬਿਲਕੁਲ ਹੀ ਟੂਕ ਮਾਤਰ ਗੱਲ ਕਰਾਂਗੇ। ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਆਓ ਅਸੀਂ ਵਿਚਾਰ ਕਰੀਏ, ਪਰੰਤੂ ਉਹ ਗੁਰਬਾਣੀ ਦਾ ਵਿਚਾਰ ਕਰਨ ਦੀ ਥਾਂ ਅਸੀਂ ਬਹਿਸਬਾਜ਼ੀ ਵਿੱਚ ਲੱਗੇ ਹੁੰਦੇ ਹਾਂ। ਅਸਲ ਵਿਚਾਰ ਜੋ ਗੁਰੂ ਸਾਹਿਬ ਨੇ ਕਿਹਾ ਹੈ ਉਹ ਤਾਂ ਇਹ ਹੈ, ਸਤਿਗੁਰ ਬਚਨ ਕਮਾਵਣੇ ਸੱਚਾ ਇਹ ਵਿਚਾਰ। ਸੱਚਾ ਵਿਚਾਰ ਤਾਂ ਉਹ ਹੈ ਕਿ ਸਤਿਗੁਰੂ ਜੀ ਦੇ ਬਚਨਾਂ ਨੂੰ ਕਮਾਇਆ ਜਾਵੇ। ਪਰ ਕਈ ਲੋਕ ਇੱਦਾਂ ਹੁੰਦੇ ਨੇ ਕਿ ਸਿਰਫ ਫਿਲਾਸਫੀ ਅਤੇ ਵਿਚਾਰ ਅਤੇ ਗਿਆਨ ਦੀਆਂ ਗੱਲਾਂ ਕਰਦੇ ਨੇ, ਪਰ ਜੀਵਨ ਵਿੱਚ ਨਾ ਉਹ ਅੰਮ੍ਰਿਤ ਵੇਲੇ ਉੱਠਦੇ ਨੇ, ਨਾ ਨਾਮ ਜਪਦੇ ਨੇ, ਨਾ ਬਾਣੀ ਪੜ੍ਹਦੇ ਨੇ, ਨਾ ਪ੍ਰੇਮ ਸਹਿਤ ਕੀਰਤਨ ਕਰਦੇ ਨੇ, ਨਾ ਸ਼ੁਭ ਗੁਣਾਂ ਨੂੰ ਧਾਰਨ ਕਰਦੇ ਨੇ, ਨਾ ਮਿੱਠਾ ਬੋਲਦੇ ਨੇ ਅਤੇ ਨਾ ਹੀ ਦੁਨੀਆ ਦੀ ਮਦਦ ਕਰਦੇ ਨੇ। ਅਤੇ ਫਿਰ ਕਹਿੰਦੇ ਨੇ ਕਿ ਅਸੀਂ ਤਾਂ ਬੜੇ ਹੀ ਵਿਚਾਰਵਾਨ ਨੇ, ਅਸੀਂ ਤਾਂ ਬੜੇ ਹੀ ਗਿਆਨੀ ਹਾਂ। ਸੋ ਇੱਕ ਗੁਰਸਿੱਖ ਨੂੰ ਗੁਰੂ ਸਾਹਿਬ ਦੇ ਸੰਪੂਰਨ ਰਹਿਤ ਨੂੰ ਕਮਾਉਣਾ ਚਾਹੀਦਾ ਹੈ ਅਤੇ ਸੱਤ ਦਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਇੱਕ ਗੁਰਸਿੱਖ ਨੂੰ ਪਰਾਏ ਧਨ 'ਤੇ ਨਜ਼ਰ ਨਹੀਂ ਰੱਖਣੀ ਚਾਹੀਦੀ ਹੈ। ਉਹਨੂੰ ਆਪ ਮਿਹਨਤ ਕਰਕੇ ਆਪਣੀ ਸੁੱਚੀ ਕਿਰਤ ਕਮਾਈ ਵਿੱਚੋਂ ਹੀ ਆਪਣੇ ਜੀਵਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਚੋਰੀ ਕਰਨਾ, ਬੇਈਮਾਨੀ ਕਰਨਾ, ਰਿਸ਼ਵਤਖੋਰੀ ਕਰਨਾ, ਮਿਲਾਵਟ ਕਰਨਾ, ਇਹ ਸਭ ਇਹ ਗੁਰਸਿੱਖੀ ਵਿੱਚ ਨਖਿੱਧ ਨੇ। ਗੁਰਸਿੱਖੀ ਵਿੱਚ ਇਹਨੂੰ ਪ੍ਰਵਾਨ ਨਹੀਂ ਕੀਤਾ ਗਿਆ। ਅੱਜ ਤੁਸੀਂ ਵੇਖੋ ਲੋਕੀ ਕਿਸ ਪ੍ਰਕਾਰ ਖਾਣ ਪੀਣ ਦੇ ਸਮਾਨ ਵਿੱਚ ਹੀ ਮਿਲਾਵਟ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਨੇ, ਕੁਝ ਪੈਸਿਆਂ ਖਾਤਰ। ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਇਹ ਮਿਲਾਵਟ ਉਹ ਦੂਜਿਆਂ ਵਾਸਤੇ ਕਰਦੇ ਪਏ ਨੇ। ਆਪੇ ਬੀਜ ਆਪੇ ਹੀ ਖਾਓ ਦੇ ਨਿਯਮ ਅਨੁਸਾਰ ਉਹਨਾਂ ਨੂੰ ਆਪ ਹੀ ਫਿਰ ਇਸ ਦਾ ਫਲ ਵੀ ਭੋਗਣਾ ਪਊਗਾ। ਹੁਣ ਜਿਹੜੇ ਗੁਣ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਅੱਜ ਕਾਮ ਦਾ ਬੋਲਬਾਲਾ ਹੈ। ਇਸ ਕਾਮ ਤੋਂ ਬਚਣ ਵਾਸਤੇ ਇਹ ਗੁਰਸਿੱਖ ਨੂੰ ਬ੍ਰਹਮਚਾਰਿਆ ਦਾ ਪਾਲਨ ਕਰਨਾ ਚਾਹੀਦਾ ਹੈ। ਬ੍ਰਹਮਚਾਰਿਆ ਦਾ ਪਾਲਨ ਗੁਰਸਿੱਖੀ ਵਿੱਚ ਕਿਸ ਪ੍ਰਕਾਰ ਹੁੰਦਾ ਹੈ? ਗੁਰੂ ਸਾਹਿਬ ਨੇ ਸਾਨੂੰ ਸਿਖਾਇਆ, ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਵਖਾਣੈ। ਕਿ ਗੁਰਸਿੱਖ ਨੂੰ ਚਾਹੀਦਾ ਹੈ ਹਰ ਇਸਤਰੀ ਨੂੰ ਜੇ ਉਸ ਤੋਂ ਵੱਡੀ ਹੈ ਤੇ ਉਹਨੂੰ ਆਪਣੀ ਮਾਂ ਸਮਝੇ, ਅਤੇ ਜੇ ਉਸ ਦੇ ਬਰਾਬਰ ਉਮਰ ਦੀ ਹੈ ਤੇ ਉਹਨੂੰ ਭੈਣ ਸਮਝੇ, ਅਤੇ ਜੇ ਉਸ ਤੋਂ ਛੋਟੀ ਹੈ ਤੇ ਉਹਨੂੰ ਧੀ ਸਮਝੇ। ਇਸ ਪ੍ਰਕਾਰ ਉਹ ਕਾਮ ਵਾਸ਼ਨਾ ਵਿੱਚ ਨਾ ਫਸੇ। ਕਲਯੁਗ ਦੇ ਘੋਰ ਸਮੇਂ ਵਿੱਚ ਕਾਮ ਦਾ ਬਹੁਤ ਹੀ ਬੋਲਬਾਲਾ ਹੈ। ਇਸ ਤੋਂ ਬਚਣ ਵਾਸਤੇ ਇੱਕ ਗੁਰਸਿੱਖ ਨੂੰ ਕੋਸ਼ਿਸ਼ ਕਰਨਾ ਚਾਹੀਦਾ ਹੈ, ਪਰਾਏ ਰੂਪ ਨੂੰ ਨਹੀਂ ਵੇਖਣਾ ਚਾਹੀਦਾ ਹੈ। ਅਤੇ ਜਦ ਵੀ ਉਹਨੂੰ ਲੱਗੇ ਕਿ ਇਹ ਭਾਵਨਾ ਪ੍ਰਬਲ ਹੋ ਰਹੀ ਹੈ, ਉਹਨੂੰ ਆਪਣੀ ਅੱਖਾਂ ਨੂੰ ਥੱਲੇ ਕਰ ਲੈਣਾ ਚਾਹੀਦਾ ਹੈ। ਕਾਮ ਵਿਕਾਰ ਦੇ 8 ਪ੍ਰਕਾਰ ਹੁੰਦੇ ਨੇ, ਜਿਸ ਦੀ ਸ਼ੁਰੂਆਤ ਗੱਲਾਂ ਸੁਣਨ ਨਾਲ ਹੁੰਦੀ ਹੈ, ਫਿਰ ਉਹਨਾਂ ਗੱਲਾਂ ਨੂੰ ਮਨ ਵਿੱਚ ਧਾਰਨ ਕਰਨ ਨਾਲ ਹੁੰਦੀ ਹੈ। ਫਿਰ ਮਨ ਵਿੱਚ ਬੰਦੇ ਦੀ ਇੱਛਾ ਹੁੰਦੀ ਹੈ ਕਿ ਕਾਸ਼ ਉਸ ਪਰਾਈ ਇਸਤਰੀ ਜਾਂ ਪਰਾਏ ਨਰ ਨੂੰ ਇਕੱਲੇ ਇਕਾਂਤ ਵਿੱਚ ਮਿਲਿਆ ਜਾਵੇ। ਫਿਰ ਇੱਛਾ ਹੁੰਦੀ ਹੈ ਕਿ ਉਹਨਾਂ ਨਾਲ ਸਪਰਸ਼ ਹੋਵੇ, ਉਹਨਾਂ ਨੂੰ ਜੱਫੀਆਂ ਪਾਈ ਜਾਣ, ਉਹਨਾਂ ਨੂੰ ਹੱਥ ਲਾਇਆ ਜਾਵੇ। ਸੋ ਇਸ ਪ੍ਰਕਾਰ ਮਨ ਵਿੱਚ ਵਲਵਲੇ ਉੱਠਦੇ ਨੇ। ਫਿਰ ਉਹ ਬੰਦਾ ਦੂਜੇ ਨੂੰ ਪਿਆਰ ਨਾਲ ਵੇਖਣ ਲੱਗ ਪੈਂਦਾ ਹੈ। ਇੱਕ ਸਮਾਂ ਇਹੋ ਜਿਹਾ ਆ ਜਾਂਦਾ ਹੈ ਕਿ ਉਹ ਹਰ ਵੇਲੇ ਉਸ ਦੂਜੇ ਵਿਅਕਤੀ ਦਾ ਹੀ ਸਿਮਰਨ ਕਰਦਾ ਰਹਿੰਦਾ ਹੈ। ਨਿਰੰਕਾਰ ਜੀ ਨੂੰ ਯਾਦ ਕਰਨ ਦੀ ਥਾਂ ਉਹਦੇ ਚਿੱਤ ਵਿੱਚ, ਉਹਦੇ ਹਿਰਦੇ ਵਿੱਚ ਪਰਾਈ ਇਸਤਰੀ ਜਾਂ
ਪਰਾਇਆ ਨਰ ਹੀ ਵਸ ਜਾਂਦਾ ਹੈ। ਉਹ ਹਰ ਵੇਲੇ ਉੱਠਦੇ ਬੈਠਦੇ ਜਾਗਦੇ ਸੌਂਦੇ ਉਸੇ ਬਾਰੇ ਸੋਚਦਾ ਰਹਿੰਦਾ ਹੈ। ਫਿਰ ਉਹ ਮਾੜਾ ਸਮਾਂ ਆਉਂਦਾ ਹੈ ਜਿਹਨੂੰ ਗੁਰਸਿੱਖੀ ਵਿੱਚ ਬੱਜਰ ਕੁਰਹਿਤ ਕਿਹਾ ਗਿਆ ਹੈ, ਜਿਸ ਨੂੰ ਕਰਨ ਨਾਲ ਇੱਕ ਸਿੱਖ ਸਿੱਖੀ ਤੋਂ ਪਤਿਤ ਹੋ ਜਾਂਦਾ ਹੈ। ਗੁਰਮਤ ਵਿੱਚ 4 ਬੱਜਰ ਕੁਰਹਿਤਾਂ ਨੇ, ਭਾਵ ਜਿਨ੍ਹਾਂ ਨੂੰ ਕਰਨ ਨਾਲ, ਜਿਨ੍ਹਾਂ ਮਾੜੇ ਕਰਮਾਂ ਨੂੰ ਕਰਨ ਨਾਲ ਇੱਕ ਸਿੱਖ ਗੁਰਸਿੱਖੀ ਤੋਂ ਪਤਿਤ ਹੋ ਜਾਂਦਾ ਹੈ, ਭਾਵ ਉਹਨੂੰ ਫਿਰ ਅੰਮ੍ਰਿਤ ਛਕ ਕੇ ਗੁਰਸਿੱਖੀ ਮੰਡਲ ਵਿੱਚ ਸ਼ਾਮਿਲ ਹੋਣਾ ਪੈਂਦਾ ਹੈ। ਇਹ 4 ਕੁਰਹਿਤਾਂ ਨੇ ਨਸ਼ਾ ਵਰਤਣਾ, ਮਾਸ ਛਕਣਾ, ਕੇਸ਼ਾਂ ਰੋਮਾਂ ਦੀ ਬੇਅਦਬੀ ਕਰਨਾ ਅਤੇ ਪਰਾਈ ਇਸਤਰੀ ਪਰਾਈ ਨਰ ਦਾ ਸੰਗ ਕਰਨਾ। ਸੋ ਇਸ ਮਾੜੇ ਕਰਮ ਤੋਂ ਬਾਅਦ ਗੁਰਸਿੱਖ ਨੂੰ ਸਿੱਖ ਸਦਾਉਣ ਦਾ ਕੋਈ ਹੱਕ ਨਹੀਂ ਰਹਿੰਦਾ। ਉਹਨੂੰ ਫਿਰ ਅੰਮ੍ਰਿਤ ਛਕ ਕੇ ਗੁਰਸਿੱਖੀ ਮੰਡਲ ਵਿੱਚ ਸ਼ਾਮਿਲ ਹੋਣਾ ਪੈਂਦਾ ਹੈ। ਸੋ ਇੱਕ ਗੁਰਸਿੱਖ ਨੂੰ ਚਾਹੀਦਾ ਹੈ ਕਿ ਮਨ ਦਾ ਮੂਲ ਨਾ ਕੀਚਈ ਦੇ ਲੰਮੀ ਨਜ਼ਰ ਨਿਹਾਲੀ ਹੈ, ਭਾਵ ਕਿ ਇਹ ਮਾੜੀ ਬੱਜਰ ਕੁਰੈਤ ਹੋਣ ਤੋਂ ਪਹਿਲਾਂ ਹੀ ਜਦ ਕਾਮ ਦੇ ਪਹਿਲੇ ਪ੍ਰਕਾਰ ਦਾ ਫੁਰਨਾ ਹੀ ਮਨ ਵਿੱਚ ਆਇਆ ਸੀਗਾ ਤੇ ਗੁਰਸਿੱਖ ਨੂੰ ਚਾਹੀਦਾ ਸੀਗਾ ਕਿ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਪੈ ਪਾਵਣੀ ਵਿੱਚ ਆ ਕੇ ਨਾਮ ਬਾਣੀ ਦੀ ਅਥਾ ਕਮਾਈ ਕਰਕੇ ਇਸ ਕਾਮ ਤੋਂ ਛੁਟਕਾਰਾ ਪਾ ਕੇ ਗੁਰੂ ਦੇ ਚਰਨਾਂ ਵਿੱਚ ਲਿਵ ਜੋੜੇ। ਅੱਜ ਟੈਕਨੋਲੋਜੀ ਦਾ ਜ਼ਮਾਨਾ ਆ ਗਿਆ ਹੈ, ਬਟ देयर आर अ लॉट ऑफ डिसएडवांटेजेस ऑफ दिस ਟੈਕਨੋਲੋਜੀ। ਅੱਜ ਫੋਨ ਤੇ ਇੰਟਰਨੈਟ ਤੇ ਮਾੜੀ ਪ੍ਰਕਾਰ ਦੀਆਂ ਵੀਡੀਓਜ਼ ਹੁੰਦੀਆਂ ਨੇ ਜਿਹਨੂੰ ਪੋਰਨੋਗ੍ਰਾਫੀ ਕਿਹਾ ਜਾਂਦਾ ਹੈ। ਗੁਰਸਿੱਖ ਨੂੰ ਚਾਹੀਦਾ ਹੈ ਕਿ ਇਸ ਭੈੜੀ ਆਦਤ ਵੱਲ ਕਦੀ ਤੱਕੇ ਵੀ ਨਾ। ਇਸੇ ਪ੍ਰਕਾਰ ਅੱਜ ਕੱਲ੍ਹ ਯੁਵਕਾਂ ਵਿੱਚ ਮੈਸਟਰਬੇਸ਼ਨ ਹਸਤ ਮੈਥੁਨ ਦੀ ਮਾੜੀ ਆਦਤ ਪੈ ਗਈ ਹੈ। ਇਹ ਗੁਰਸਿੱਖ ਨੂੰ ਚਾਹੀਦਾ ਹੈ ਕਿ ਇਸ ਆਦਤ ਵਿੱਚ ਕਦੀ ਵੀ ਨਾ ਪਵੇ, ਕਿਉਂਕਿ ਜੋ ਵੀ ਇਸ ਕਾਮ ਵਾਸ਼ਨਾ ਵਿੱਚ ਪੈ ਜਾਂਦਾ ਹੈ ਉਹਦਾ ਅਧਿਆਤਮਿਕ ਜੀਵਨ ਸੁਧਰਨਾ ਬਹੁਤ ਹੀ ਔਖਾ ਹੋ ਜਾਂਦਾ ਹੈ। ਇਸ ਦੇ ਫਿਜ਼ੀਕਲ ਅਤੇ ਸਪਿਰਿਚੁਅਲ ਨੁਕਸਾਨ ਹੁੰਦੇ ਨੇ। ਸੋ ਇੱਕ ਗੁਰਸਿੱਖ ਨੂੰ ਸੁਚੇਤ ਹੋਣਾ ਚਾਹੀਦਾ ਹੈ, ਮੈਸਟਰਬੇਸ਼ਨ, ਪੋਰਨੋਗ੍ਰਾਫੀ ਅਤੇ ਇਸ ਪ੍ਰਕਾਰ ਦੇ ਨਿੰਦਿਤ ਕਰਮਾਂ ਤੋਂ ਬਚਣਾ ਚਾਹੀਦਾ ਹੈ। ਇੱਕ ਗੁਰਸਿੱਖ ਦੇ ਅੰਦਰ ਧੀਰਜ ਅਤੇ ਖਿਮਾ ਦਾ ਸ਼ੁਭ ਗੁਣ ਹੋਣਾ ਆਵਸ਼ਕ ਹੈ, ਭਾਵ ਕਿ ਬੋਲ ਕੁਬੋਲ ਨੂੰ ਸਹਾਰਨਾ ਚਾਹੀਦਾ ਹੈ। ਸੰਤ ਅਤਰ ਸਿੰਘ ਜੀ ਮਸਤਵਾਣੇ ਵਾਲੇ ਅਕਸਰ ਬਚਨ ਕਰਦੇ ਸਨ ਕਿ ਜੇ ਕੋਈ ਵਿਅਕਤੀ ਕਿਸੇ ਦਾ ਬੋਲ ਕੁਬੋਲ ਸਹਾਰਦਾ ਹੈ ਤੇ ਤਪਾਂ ਸਿਰ ਤਪਸਾਰ ਹੈ। ਪਰ ਇਹਦੇ ਵਿੱਚ ਇੱਕ ਖਿਆਲ ਰੱਖਣਾ ਚਾਹੀਦਾ ਹੈ ਕਿ ਜੇ ਸਾਨੂੰ ਕੋਈ ਮਾੜਾ ਕਵੇ ਤੇ ਸਾਨੂੰ ਕਿਹੜਾ ਗੁਣ ਧਾਰਨ ਕਰਨਾ ਚਾਹੀਦਾ ਹੈ। ਫਰੀਦਾ ਜੇ ਤੈਂ ਮਾਰਨ ਮੁੱਕਿਆ ਤਿਨਾ ਨਾ ਮਾਰੇ ਘੁੰਮ, ਆਪ ਨੜੈ ਕਰ ਜਾਈਏ ਪੈਰ ਤਿਨਾ ਦੇ ਚੁੰਮ। ਕਿ ਜੇ ਤੁਹਾਨੂੰ ਕੋਈ ਮਾੜਾ ਬੋਲੇ, ਤੁਹਾਨੂੰ ਕੋਈ ਮਾੜਾ ਆਖੇ, ਉਹਦੇ ਨਾਲ ਬਦਲਾ ਨਹੀਂ ਲੈਣਾ, ਉਹਨੂੰ ਮਾਰਨਾ ਨਹੀਂ। ਜੇ ਤੁਹਾਡੇ ਕੋਲ ਤਾਣ ਹੋਵੇ, ਤੁਹਾਡੇ ਕੋਲ ਬਲ ਹੋਵੇ, ਦੂਜੇ ਬੰਦੇ ਨਾਲ ਤੁਸੀਂ ਬਦਲਾ ਲੈ ਸਕਦੇ ਹੋ ਤੇ ਉਸ ਕੇਸ ਵਿੱਚ ਵੀ ਤਾਣ ਹੁੰਦੇ ਹੋਏ ਨਿਤਾਣਾ, ਤੁਹਾਡੇ ਕੋਲ ਬਲ ਹੋਵੇ ਤੁਸੀਂ ਫੇਰ ਵੀ ਨਿਤਾਣੇ ਬਣੋ। ਇਹ ਤੁਹਾਡਾ ਗੁਣ ਹੈ, ਇਸ ਨੂੰ ਗੁਰੂ ਸਾਹਿਬ ਪਸੰਦ ਕਰਦੇ ਨੇ। ਪਰੰਤੂ ਹੇ ਗੁਰੂ ਪਿਆਰਿਓ, ਜਦ ਕੋਈ ਗੁਰਸਿੱਖੀ ਦੇ ਰਹਿਤ ਦੇ ਉੱਤੇ ਸ਼ੰਕੇ ਕਰਦਾ ਹੈ, ਜਦ ਕੋਈ ਆਖਦਾ ਹੈ ਕਿ ਗੁਰੂ ਨਾਨਕ ਦੇਵ ਜੀ ਆਮ ਇਨਸਾਨ ਸੀਗੇ, ਜਦ ਕੋਈ ਆਖਦਾ ਹੈ ਕਿ ਗਿਆਨ ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨਹੀਂ ਹਨ, ਤੇ ਇਸ ਕੇਸ ਵਿੱਚ ਜੇ ਆਪਾਂ ਉਹਨਾਂ ਦੀ ਗੱਲਾਂ ਦਾ ਜਵਾਬ ਨਹੀਂ ਦਈਏ ਤੇ ਸਾਡੀ ਗਲਤੀ ਹੋਵੇਗੀ। ਕਿਉਂਕਿ ਇਸ ਸਥਿਤੀ ਵਿੱਚ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਕਰੰਗ ਲੈ ਕਮਾਣੰ ਹਣੰਗ ਬਾਣ ਤਾਰੰ, ਸਬੇ ਬੀਰ ਧਾਏ ਸਰੋਗੰਗ ਚਲਾਏ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ। ਅਸੀਂ ਵਾਹਿਗੁਰੂ ਜੀ ਦੇ ਹੁਕਮ ਵਿੱਚ ਚੱਲਣਾ ਹੈ, ਗੁਰੂ ਸਾਹਿਬ ਦੀ ਨਿੰਦਾ ਨਹੀਂ ਸੁਣਨੀ ਹੈ। ਸੋ ਇਸ ਸਥਿਤੀ ਵਿੱਚ ਆਪਾਂ ਨੂੰ ਜਵਾਬ ਵੀ ਦੇਣਾ ਚਾਹੀਦਾ ਹੈ, ਆਪਾਂ ਨੂੰ ਲੋੜ ਪਵੇ ਖਾਲਸਾਈ ਰਵਾਇਤਾਂ ਅਨੁਸਾਰ ਇਹਦਾ ਸੋਲੂਸ਼ਨ ਵੀ ਕਰਨਾ ਚਾਹੀਦਾ ਹੈ। एक गुरसिख ਦੇ ਅੰਦਰ ਦਇਆ ਅਤੇ ਕੋਮਲ ਹਿਰਦਾ ਹੋਣਾ ਬਹੁਤ ਹੀ ਲਾਜ਼ਮੀ ਹੈ। ਕੋਮਲ ਹਿਰਦਾ ਭਾਵ ਨਿਰਮਲ ਮਨ, ਸਾਫ਼ ਮਨ, ਜਿੱਦਾਂ ਇੱਕ ਬਾਲਕ ਦਾ ਹੁੰਦਾ ਹੈ। ਇਸ ਪ੍ਰਕਾਰ ਗੁਰਸਿੱਖ ਦੇ ਮਨ ਵਿੱਚ ਦਇਆ ਅਤੇ ਕੋਮਲ ਹਿਰਦਾ ਹੋਣਾ ਚਾਹੀਦਾ ਹੈ। ਦਇਆ ਨਾਲ, ਜਿਹਦੇ ਅੰਦਰ ਦਇਆ ਹੋਏਗੀ ਉਹਦੇ ਅੰਦਰ ਹੀ ਸੇਵਾ ਦਾ ਭਾਵ ਉਤਪੰਨ ਹੋਵੇਗਾ। ਹਿਰਦਾ ਕੋਮਲ ਇਸ ਕਰਕੇ ਹੋਣਾ ਚਾਹੀਦਾ ਹੈ ਕਿਉਂਕਿ ਵਾਹਿਗੁਰੂ ਜੀ ਬਹੁਤ ਪਿਆਰੇ ਨੇ, ਉਹ ਬਹੁਤ ਨਿਰਮਲ ਨੇ, ਉਹ ਵੀ ਬਹੁਤ ਕੋਮਲ ਹਿਰਦੇ ਵਾਲੇ ਨੇ। ਸੋ ਜੇ ਅਸੀਂ ਉਹਨਾਂ ਨਾਲ ਮਿਲਣਾ ਚਾਹੁੰਦੇ ਹਾਂ ਤੇ ਨਿਰਮਲ ਜਲ ਵਿੱਚ ਨਿਰਮਲ ਜਲ ਹੀ ਸਮਾਉਂਦਾ ਆ। ਜੇ ਅਸੀਂ ਵਾਹਿਗੁਰੂ ਜੀ ਨਾਲ ਮਿਲਣਾ ਚਾਹੁੰਦੇ ਹਾਂ ਤਾਂ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਵਾਹਿਗੁਰੂ ਜੀ ਵੀ ਬੜੇ ਪਿਆਰੇ, ਬੜੇ ਕੋਮਲ ਹਿਰਦੇ ਵਾਲੇ ਨੇ, ਪਰ ਹਾਂ ਕੋਮਲ ਹਿਰਦਿਆਂ ਵਾਲਿਆਂ ਨੂੰ ਅਕਸਰ ਦੁਨੀਆ ਕੁਚਲਣ ਦੀ ਕੋਸ਼ਿਸ਼ ਕਰਦੀ ਹੈ। ਸੋ ਉਹਦੇ ਵਾਸਤੇ ਮਹਾਰਾਜ ਜੀ ਨੇ ਸਾਨੂੰ ਸੰਤ ਅਤੇ ਸਿਪਾਹੀ ਦਾ ਸਿਧਾਂਤ ਦਿੱਤਾ ਹੈ। ਇਹ ਗੁਰਸਿੱਖ ਨੂੰ ਮਰਿਆਦਾ ਦਾ ਭੋਜਨ ਕਰਨਾ ਚਾਹੀਦਾ ਹੈ। ਇਹ ਗੁਰਸਿੱਖ ਨੂੰ ਮਰਿਆਦਾ ਦੀ ਨੀਂਦ ਲੈਣੀ ਚਾਹੀਦੀ ਹੈ। 6 ਘੰਟੇ ਤੋਂ ਲੈ ਕੇ 8 ਘੰਟੇ ਦੀ ਨੀਂਦ ਹਰ ਵਿਅਕਤੀ ਵਾਸਤੇ ਆਵਸ਼ਕ ਹੁੰਦੀ ਹੈ। ਹਾਂ, ਜਿਹੜੇ ਗੁਰਬਾਣੀ ਅਤੇ ਨਾਮ ਦੀ ਅਥਾਹ ਕਮਾਈ ਕਰਦੇ ਨੇ ਉਹਨਾਂ ਦੀ ਨੀਂਦ 6 ਘੰਟਿਆਂ ਤੋਂ ਘੱਟ ਵੀ ਹੋਵੇ ਤਾਂ ਵੀ ਸਰ ਜਾਂਦਾ ਹੈ, ਕਿਉਂਕਿ ਧਿਆਨ ਲਾਉਣ ਨਾਲ ਨਾਮ ਵਿੱਚ ਦੀ ਸੁਰਤੀ ਜੁੜਦੀ ਹੈ। ਜਿਹੜਾ ਧਿਆਨ ਲਾਉਂਦਾ ਹੈ ਉਹਦੀ ਐਨਰਜੀ ਰਾਈਸ ਹੋ ਜਾਂਦੀ ਹੈ, ਇਸ ਕਰਕੇ ਨੀਂਦ ਵੀ ਉਹਨਾਂ ਨੂੰ ਘੱਟ ਆਉਂਦੀ ਹੈ। ਮਰਿਆਦਾ ਦਾ ਭੋਜਨ ਛਕਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ।
ਜਿਵੇਂ ਕਿ ਨਾ ਹੀ ਬਹੁਤਾ ਗਰਮ ਹੋਵੇ ਨਾ ਠੰਡਾ ਹੋਵੇ, ਨਾ ਬਹੁਤ ਹੀ ਖੱਟਾ ਹੋਵੇ ਨਾ ਮਿੱਠਾ ਹੋਵੇ, ਨਾ ਹੀ ਬਹੁਤਾ ਤਿੱਖਾ ਹੋਵੇ ਨਾ ਹੀ ਬਹੁਤਾ ਕੜਵਾ ਹੋਵੇ। ਸੁਚਮਤਾ ਨਾਲ ਬਣਾਇਆ ਭੋਜਨ, ਗੁਰਬਾਣੀ ਪੜ੍ਹਦੇ ਹੋਏ ਬਣਾਇਆ ਭੋਜਨ ਹੀ ਗੁਰਸਿੱਖ ਨੂੰ ਛਕਣਾ ਚਾਹੀਦਾ ਹੈ। ਮਾਰਕੀਟ ਤੋਂ ਲੈ ਕੇ ਪੈਕਡ ਐਸਿਡਿਟੀ ਰੈਗੂਲੇਟਰਸ, ਕੈਮੀਕਲਸ ਅਤੇ ਪ੍ਰੈਜ਼ਰਵੇਟਿਵਸ ਵਾਲਾ ਭੋਜਨ ਨਹੀਂ ਛਕਣਾ ਚਾਹੀਦਾ ਹੈ। ਇਹ ਜਿਹੜੇ ਭੋਜਨ ਨੇ ਇਹ 3-3 ਸਾਲ ਪਹਿਲਾਂ ਬਣ ਕੇ ਕੈਮੀਕਲਸ ਨਾਲ ਲੋਡ ਹੋ ਕੇ ਸਾਨੂੰ ਦਿੱਤੇ ਜਾਂਦੇ ਨੇ। ਇਹਦੇ ਵਿੱਚ ਪੋਟੈਸ਼ੀਅਮ ਫੈਕਟਰ ਹੁੰਦਾ ਹੀ ਨਹੀਂ ਹੈ, ਇਹਦੇ ਵਿੱਚ ਸੋਡੀਅਮ ਫੈਕਟਰ ਐਕਸੈਸਿਵ ਹੁੰਦਾ ਹੈ, ਜਿਹਦੇ ਨਾਲ ਸਾਡੀ ਬਾਡੀ ਦੇ ਅੰਦਰ ਡਾਇਬੀਟੀਜ਼, ਹਾਈਪਰਟੈਂਸ਼ਨ, ਹਾਰਟ ਪ੍ਰੋਬਲਮਸ, ਥਾਈਰੋਇਡ, ਇਸ ਪ੍ਰਕਾਰ ਦੀ ਲਾਈਫਸਟਾਈਲ ਡਿਜ਼ੀਜ਼ਸ ਹੋ ਜਾਂਦੀਆਂ ਨੇ। ਇਹਦੇ ਬਾਰੇ ਮੈਂ ਤੁਹਾਨੂੰ ਅਲੱਗ ਤੋਂ ਸਪੈਸ਼ਲ ਵੀਡੀਓਜ਼ ਬਣਾ ਕੇ ਦੱਸਾਂਗਾ ਕਿ ਜੇ ਅਸੀਂ ਵਾਹਿਗੁਰੂ ਜੀ ਦਾ ਬਣਾਇਆ ਹੋਇਆ ਭੋਜਨ ਵਾਹਿਗੁਰੂ ਜੀ ਦੇ ਤਰੀਕੇ ਨਾਲ ਛਕੀਏ ਤੇ ਸਾਡੇ ਅੰਦਰ ਕੋਈ ਬਿਮਾਰੀ ਰਹਿ ਹੀ ਨਹੀਂ ਸਕਦੀ। ਇੱਥੇ ਤੱਕ ਕਿ ਜੇ ਅਸੀਂ 20-20 ਸਾਲਾਂ ਤੋਂ 25-25 ਸਾਲਾਂ ਤੋਂ ਡਾਇਬੀਟੀਜ਼ ਦੀ ਗੋਲੀਆਂ ਖਾ ਰਹੇ ਹਾਂ ਤੇ ਜੇ ਸਿਰਫ ਇੱਕ ਹਫ਼ਤੇ ਵਾਸਤੇ ਵੀ ਅਸੀਂ ਵਾਹਿਗੁਰੂ ਜੀ ਦੇ ਬਣਾਏ ਭੋਜਨ ਨੂੰ ਵਾਹਿਗੁਰੂ ਜੀ ਦੇ ਅਨੁਸਾਰ ਛਕੀਏ ਤਾਂ ਇੱਕ ਹਫ਼ਤੇ ਵਿੱਚ ਦਵਾਈਆਂ ਖਾਣ ਦੀ ਲੋੜ ਨਹੀਂ ਪਊਗੀ, ਨਾ ਸਾਰੇ ਜੀਵਨ ਤੁਹਾਨੂੰ ਦਵਾਈ ਖਾਣਾ ਪਊਗਾ। ਡਾਇਬੀਟੀਜ਼ ਵੀ ਠੀਕ ਹੋ ਜੂਗੀ, ਹਾਈਪਰਟੈਂਸ਼ਨ ਵੀ ਠੀਕ ਹੋ ਜੂਗਾ, ਇੰਟੈਸਟਾਈਨਲ ਡਿਸਆਰਡਰਸ ਵੀ ਠੀਕ ਹੋ ਜਾਣਗੇ ਜੇ ਵਾਹਿਗੁਰੂ ਜੀ ਦਾ ਬਣਾਇਆ ਭੋਜਨ ਵਾਹਿਗੁਰੂ ਜੀ ਦੇ ਅਨੁਸਾਰ ਛਕਿਆ ਜਾਵੇ। ਹੁਣ ਇਹ ਵਾਹਿਗੁਰੂ ਜੀ ਦਾ ਭੋਜਨ ਕੀ ਹੈ ਜਿਹੜਾ ਸਾਨੂੰ ਪ੍ਰਕਿਰਤੀ ਤੋਂ ਮਿਲਦਾ ਹੈ? ਫਰੂਟਸ, ਵੈਜੀਟੇਬਲਸ, ਡਰਾਈ ਫਰੂਟਸ, ਨਾ ਕਿ ਕੁਰਕੁਰੇ, ਪੀਜ਼ਾ, ਪੈਟੀਜ਼, ਬਰਗਰਸ ਜਿਹੜਾ ਅਸੀਂ ਬਣਾਇਆ ਹੈ। ਅਗਲਾ ਗੁਣ ਜੋ ਇਹ ਗੁਰਸਿੱਖ ਵਿੱਚ ਹੋਣਾ ਚਾਹੀਦਾ ਹੈ ਉਹ ਹੈ ਨਿਸ਼ਕਾਮ ਸੇਵਾ, ਭਾਵ ਸਵਾਰਥ ਤੋਂ ਰਹਿਤ ਹੋ ਕੇ, ਕਾਮਨਾ ਤੋਂ ਰਹਿਤ ਹੋ ਕੇ ਸੇਵਾ ਕਰਨੀ। ਕਿਸੇ ਭੂਖੇ ਨੂੰ ਪ੍ਰਸ਼ਾਦਾ ਛਕਾਉਣਾ, ਕਿਸੇ ਨੂੰ ਵਸਤਰ ਭੇਂਟ ਕਰਨੇ, ਕਿਸੇ ਨੂੰ ਬਿਮਾਰੀ ਹੋਏ ਤਾਂ ਉਹਨੂੰ ਦਵਾਈ ਲੈ ਕੇ ਦੇਣੀ। ਇਸੇ ਪ੍ਰਕਾਰ ਗੁਰੂ ਘਰਾਂ ਵਿੱਚ ਜੋੜਿਆਂ ਦੀ ਸੇਵਾ ਕਰਨੀ, ਝਾੜੂ ਦੀ ਸੇਵਾ ਕਰਨੀ, ਬਰਤਨਾਂ ਦੀ ਸੇਵਾ ਕਰਨੀ, ਸਫਾਈ ਦੀ ਸੇਵਾ ਕਰਨੀ, ਹੋਰ ਅਨੇਕ ਪ੍ਰਕਾਰ ਦੀ ਸੇਵਾਵਾਂ। ਇੱਕ ਹੋਰ ਗੁਣ ਜੋ ਇੱਕ ਗੁਰਸਿੱਖ ਵਿੱਚ ਹੋਣਾ ਚਾਹੀਦਾ ਹੈ ਉਹ ਹੈ ਤਪੱਸਿਆ। ਗੁਰਸਿੱਖੀ ਵਿੱਚ ਤਪੱਸਿਆ ਇਹ ਹੈ ਕਿ ਨਾਮ ਅਤੇ ਗੁਰਬਾਣੀ ਦੇ ਪਾਠ ਨੂੰ ਪ੍ਰੇਮ ਸਹਿਤ ਗਾਏ ਤੇ ਉਹਨੂੰ ਸੁਣੇ। ਗਾਵੀਐ ਸੁਣੀਐ ਮਨ ਰੱਖੀਐ ਭਾਉ। ਪ੍ਰੇਮ ਸਹਿਤ ਗੁਰਬਾਣੀ ਨੂੰ ਗਾਵੇ ਅਤੇ ਉਹਨੂੰ ਸੁਣੇ, ਭਾਵ ਜਦ ਸਾਡਾ ਮਨ ਗੁਰਬਾਣੀ ਵਿੱਚੋਂ ਬਾਹਰ ਨੂੰ ਭੱਜੇ ਉਸ ਮਨ ਨੂੰ ਬਾਰ-ਬਾਰ ਭੱਜਣ ਤੋਂ ਰੋਕ ਕੇ ਗੁਰਬਾਣੀ ਅਤੇ ਨਾਮ ਵਿੱਚ ਟਿਕਾਵੇ। ਇਹ ਉਹਦੀ ਤਪੱਸਿਆ ਹੈ। ਇਸੇ ਪ੍ਰਕਾਰ ਹਰ ਵੇਲੇ ਸੰਸਾਰ ਵਿੱਚ ਵਿਚਰਦੇ ਹੋਏ ਆਪਣੇ ਇੰਦਰੀਆਂ ਨੂੰ ਉਪਦੇਸ਼ ਦੇਵੇ। ਜਦ ਮਨ ਪਰਾਈ ਇਸਤਰੀ ਵੱਲ ਵੇਖੇ ਤਾਂ ਕਹੇ ਕਿ ਪਰ ਤ੍ਰੈ ਰੂਪ ਨਾ ਪੇਖੇ ਨੇਤਰ। ਇਸੇ ਪ੍ਰਕਾਰ ਜਦ ਮਨ ਕਰੇ ਗਾਣੇ ਸੁਣਨ ਨੂੰ ਤਾਂ ਮਨ ਨੂੰ ਉਪਦੇਸ਼ ਦੇਵੇ ਕਿ ਇਹ ਸ਼ਰਵਣੋ ਮੇਰੇ ਹੋ ਸਾਚੈ ਸੁਣਨਾ ਨੋ ਪਠਾਏ। ਤੁਸੀਂ ਤਾਂ ਇੱਥੇ ਸੱਚੀ ਬਾਣੀ ਸੁਣਨ ਵਾਸਤੇ ਆਇਓ ਸੁਣਨ ਪੜਨ ਕੋ ਬਾਣੀ ਤੇ ਮੇਰੇ ਮੋਹਨ ਸ਼ਰਵਨੀ ਇਹ ਨਾ ਸੁਣਾਏ। ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਅਗਲਾ ਗੁਣ ਜੋ ਇੱਕ ਗੁਰਸਿੱਖ ਵਿੱਚ ਹੋਣਾ ਅਤ ਲਾਜ਼ਮੀ ਹੈ ਉਹ ਹੈ ਪੂਰਨ ਸ਼ਰਧਾ ਅਤੇ ਆਸਤਿਕ ਬੁੱਧੀ, ਭਾਵ ਜੋ ਗੁਰੂ ਸਾਹਿਬ ਦੇ ਬਚਨ ਨੇ ਉਹਨਾਂ 'ਤੇ ਪੂਰਨ ਵਿਸ਼ਵਾਸ ਹੋਵੇ। ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰਈ ਕਾਨਾ। ਦੁਨੀਆ ਭਾਵੇਂ ਕੁਝ ਕਹਿੰਦੀ ਜਾਵੇ ਪਰ ਗੁਰੂ 'ਤੇ ਇੰਨੀ ਸ਼ਰਧਾ ਹੋਵੇ ਕਿ ਗੁਰੂ ਦਾ ਇੱਕ ਬਚਨ ਸਤ ਕਰਕੇ ਮੰਨੇ। ਇਸ ਪ੍ਰਕਾਰ ਮੰਨੇ ਇਸ ਬਚਨ ਤੋਂ ਉੱਤੇ ਦੁਨੀਆ ਦੀ ਹੋਰ ਕੋਈ ਸ਼ੈ ਨਹੀਂ ਹੈ। ਅੱਜ ਕੱਲ੍ਹ ਕਈ ਲੋਕੀ ਬਹੁਤ ਹੀ ਜ਼ਿਆਦਾ ਗੁਰਬਾਣੀ, ਇਤਿਹਾਸ ਅਤੇ ਤਰਕ ਵਿਤਰਕ ਕਰਨ ਲੱਗ ਪਏ ਨੇ। ਉਹਨਾਂ ਨੂੰ ਗੁਰੂ ਦੀ ਸਮਰਥਾ ਉੱਤੇ ਸ਼ਰਧਾ ਹੈ ਹੀ ਨਹੀਂ। ਉਹ ਗੁਰੂ ਸਾਹਿਬ ਜੀ ਨੂੰ ਆਪਣੇ ਵਾਂਗ ਆਮ ਇਨਸਾਨ ਸਮਝਦੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਜਿੱਦਾਂ ਅਸੀਂ ਸੋਚਦੇ ਹਾਂ ਉੱਦਾਂ ਹੀ ਸਾਰੀ ਦੁਨੀਆ ਵਿੱਚ ਹੁੰਦਾ ਆ। ਕਿਉਂਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਐਸਾ ਬਣਾ ਕੇ ਰੱਖ ਦਿੱਤਾ ਕਿ ਪਤਾ ਨਹੀਂ ਜਿਵੇਂ ਉਹ ਕੌਣ ਸੀਗੇ। ਅਸੀਂ ਇਦਾਂ ਦਾ ਬਣਾਤਾ ਜਿਵੇਂ ਦੇਵੀ ਦੇਵਤੇ ਨੇ। ਅਸੀਂ ਇਦਾਂ ਦਾ ਤੇ ਗੁਰੂ ਸਾਹਿਬ ਨੂੰ ਬਣਾ ਕੇ ਰੱਖ ਦਿੱਤਾ। ਪਰ ਨਹੀਂ, ਉਹ ਸਾਡੇ ਵਰਗੇ ਹੀ ਸੀਗੇ, ਸਾਡੇ ਵਰਗਾ ਹੀ ਉਹਨਾਂ ਦਾ ਸਰੀਰ ਸੀਗਾ, ਸਾਡੇ ਵਾਂਗ ਹੀ ਉਹ ਸੋਚਦੇ ਸੀਗੇ। ਗੁਰੂ ਅਰਜਨ ਸਾਹਿਬ ਨੂੰ ਵੀ ਆਪਣਾ ਮਾਈਂਡ ਸੈੱਟ ਕਰਨਾ ਆ ਗਿਆ ਸੀ, ਤਾਈਓ ਤੱਤੀ ਤਵੀ ਤੇ ਬਹਿ ਗਏ ਨੇ। ਮਾਈਂਡ ਸੈੱਟ ਸੀ ਨਾ, ਜੇ ਮਾਈਂਡ ਸੈੱਟ ਨਾ ਹੁੰਦਾ ਤੇ ਆਮ ਕੋਈ ਬੰਦਾ ਤੱਤੀ ਤਵੀ ਤੇ ਬਹਿ ਨਹੀਂ ਸਕਦਾ। ਉਹਨਾਂ ਦਾ ਮਾਈਂਡ ਸੈੱਟ ਸੀਗਾ। ਹੁਣ ਵੇਖੋ ਗੁਰੂ ਪਿਆਰਿਓ, ਗੁਰੂ ਸਾਹਿਬ ਜੀ ਨੇ ਤਾਂ ਕਿਹਾ ਹੈ ਪਹਿ ਵਿੱਚ ਸੂਰਜ ਪਹਿ ਵਿੱਚ ਚੰਦ ਕੋਹ ਕਰੋੜੀ ਚਲਤ ਨਾ ਅੰਤ। 400 ਸਾਲ ਪਹਿਲੇ ਗੁਰੂ ਸਾਹਿਬ ਜੀ ਨੇ ਆਖਿਆ ਸੀਗਾ, ਪਰ ਹੁਣ ਜਾ ਕੇ ਰਿਸਰਚ ਹੋਈ ਹੈ ਕਿ ਸੂਰਜ ਵੀ ਸਾਡੀ ਜਿਹੜੀ ਆਕਾਸ਼ ਗੰਗਾ ਹੈ, ਮਿਲਕੀ ਵੇ ਗੈਲੈਕਸੀ ਹੈ, ਉਹਦੇ ਵਿੱਚ ਰਿਵੋਲਵ ਕਰਦਾ ਪਿਆ ਹੈ। ਸੋ ਜਿਹੜੇ ਸ਼ਰਧਾਵਾਨ ਗੁਰਸਿੱਖ ਸੀਗੇ ਉਹਨਾਂ ਨੇ ਤਾਂ ਉਸ ਵੇਲੇ ਵੀ ਗੁਰੂ ਸਾਹਿਬ ਜੀ ਨੇ ਇਹ ਵਾਕ ਉਚਾਰਨ ਕੀਤੇ ਸੀ ਤਦ ਵੀ ਆਖ ਲਏ ਸੀਗੇ ਜਦ ਸਾਇੰਸ ਅਤੇ ਨਾਸਾ ਨੇ ਇਸ ਚੀਜ਼ ਨੂੰ ਪ੍ਰੂਵ ਨਹੀਂ ਕੀਤਾ ਸੀਗਾ। ਸੋ ਜਿਹੜੇ ਆਸਤਿਕ ਬੁੱਧੀ ਰੱਖਦੇ ਨੇ ਗੁਰੂ ਦੇ ਇੱਕ ਬਚਨ ਨੂੰ ਮੰਨਦੇ ਨੇ, ਪਰ ਜਿਹੜੇ ਨਾਸਤਿਕ ਹੁੰਦੇ ਨੇ, ਜਿਹੜੇ ਅਸ਼ਰਧਕ ਹੁੰਦੇ ਨੇ, ਉਹਨਾਂ ਨੇ ਤਾਂ ਉਸ ਵੇਲੇ ਵੀ ਸ਼ੰਕਾ ਕੀਤੀ ਹੋਣੀ ਹੈ ਕਿ ਗੁਰੂ ਸਾਹਿਬ ਤਾਂ ਭਾਵ ਅਰਥ ਕਰ ਰਹੇ ਨੇ। ਇਹ ਤਾਂ ਪ੍ਰੌਡੀਵਾਦੀ ਭਾਸ਼ਾ ਆ ਕਿ ਸਾਡੇ ਅੰਦਰ ਹੀ ਕਰੋੜਾਂ ਹੀ ਸੂਰਜ ਚੱਲਦੇ ਪਏ ਨੇ, ਕਰੋੜਾਂ ਹੀ ਚੰਦਰਮਾ ਚੱਲਦੇ ਪਏ ਨੇ। ਉਹਨਾਂ ਨੇ ਤਾਂ ਭਾਵ ਅਰਥ ਪ੍ਰੌਡਾਵਾਦੀ ਟੈਕਨੀਕ ਨਾਲ ਇਹ ਅਰਥ ਕੀਤਾ
ਦਿੱਤੇ ਹੋਣੇ ਹੈ। ਪਰ ਸਾਇੰਸ ਨੇ ਪ੍ਰੂਵ ਕਰ ਦਿੱਤਾ ਹੁਣ ਉਹ ਪਰੌਡਾਵਾਦੀ ਅਰਥ ਨਹੀਂ ਕਰਨਗੇ। ਉਹ ਕਹਿਣਗੇ ਹਾਂ ਬਈ ਕਰੋੜਾਂ ਸੂਰਜ ਨੇ, ਕਰੋੜਾਂ ਧਰਤੀਆਂ ਨੇ, ਕਰੋੜਾਂ ਹੀ ਯੂਨੀਵਰਸਿਸ ਨੇ। ਕਿਉਂ? ਕਿਉਂਕਿ ਸਾਇੰਸ ਨੇ ਪ੍ਰੂਵ ਕੀਤਾ ਹੈ ਨਾ। ਗੁਰੂ ਸਾਹਿਬ ਜੀ ਦਾ ਵਚਨ ਥੋੜੀ ਮੰਨਣਾ ਇਹਨਾਂ ਨੇ, ਕਿਉਂਕਿ ਗੁਰੂ ਸਾਹਿਬ ਤਾਂ ਇਹ ਵੀ ਕਹਿ ਰਹੇ ਨੇ ਕਈ ਕੋਟ ਭੂਤ ਪ੍ਰੇਤ ਸ਼ੂਕਰ ਮ੍ਰਿਗਾਚ, ਕਿ ਭੂਤ ਤੇ ਪ੍ਰੇਤ ਵੀ ਕਰੋੜਾਂ ਹੀ ਨੇ, ਪਰ ਇਹ ਭੂਤ ਪ੍ਰੇਤਾਂ ਨੂੰ ਨਹੀਂ ਮੰਨਦੇ ਕਿਉਂਕਿ ਸਾਇੰਸ ਨੇ ਅਜੇ 100% ਇਹਨੂੰ ਪ੍ਰੂਵ ਨਹੀਂ ਕੀਤਾ ਆ। ਕਿਉਂਕਿ ਇਹ ਸਾਇੰਸ ਦੇ ਸਿੱਖ ਨੇ ਨਾ, ਇਹ ਗੁਰੂ ਸਾਹਿਬ ਦੇ ਸਿੱਖ ਨਹੀਂ ਹੈਗੇ। ਇਹਨਾਂ ਨੇ ਆਪਣੀ ਮਨ ਦੀ ਮਤ ਗੁਰਬਾਣੀ ਦੇ ਉੱਤੇ ਥੋਪਣ ਦੀ ਕੋਸ਼ਿਸ਼ ਕਰ ਰਹੇ ਨੇ। ਸਿਆਣਾ ਬੰਦਾ ਉਹ ਹੁੰਦਾ ਹੈ ਜਿਹੜਾ ਗੁਰੂ ਤੋਂ ਸਿੱਖੇ, ਗੁਰੂ ਦੇ ਅੱਗੇ ਆਪਣੀ ਮਤ ਨੂੰ ਸਮਰਪਿਤ ਕਰ ਦੇਵੇ, ਗੁਰੂ ਤੇ ਸ਼ਰਧਾ ਲੈ ਕੇ ਆਵੇ। ਪਰ ਕੁਝ ਲੋਕੀ ਅੱਜ ਕੱਲ੍ਹ ਬਾਜ਼ ਨਹੀਂ ਆਉਂਦੇ, ਉਹ ਗੁਰਮਤਿ ਦੇ ਵਿਰੁੱਧ ਕੰਮ ਕਰਦੇ ਹੀ ਰਹਿੰਦੇ ਨੇ। ਇੱਕ ਹੋਰ ਗੁਣ ਜੋ ਗੁਰਸਿੱਖ ਵਿੱਚ ਹੋਣਾ ਚਾਹੀਦਾ ਹੈ ਉਹ ਹੈ ਭਰੋਸਾ, ਵਿਸ਼ਵਾਸ। ਭਾਵ ਵਾਹਿਗੁਰੂ ਜੀ ਉੱਤੇ, ਵਾਹਿਗੁਰੂ ਜੀ ਦੇ ਸਰਬ ਵਿਆਪਕ ਹੋਣ ਉੱਤੇ, ਵਾਹਿਗੁਰੂ ਜੀ ਸਾਡੀ ਗੱਲਾਂ ਸੁਣਦੇ ਨੇ, ਸਾਡੇ ਦਿਲ ਦੀ ਜਾਣਦੇ ਨੇ। ਇਹ ਭਰੋਸਾ, ਇਹ ਵਿਸ਼ਵਾਸ ਹਰ ਗੁਰਸਿੱਖ ਦੇ ਅੰਦਰ ਹੋਣਾ ਚਾਹੀਦਾ ਹੈ। ਇसी ਪ੍ਰਕਾਰ ਗੁਰੂ ਜੀ ਵੀ ਵਾਹਿਗੁਰੂ ਜੀ ਨਾਲ ਅਭੇਦ ਨੇ, ਉਹ ਵੀ ਗੁਰ ਪਰਮੇਸ਼ਰ ਏਕੋ ਜਾਨ ਨੇ, ਉਹ ਵੀ ਸਾਡੇ ਦਿਲਾਂ ਦੀ ਜਾਣਦੇ ਨੇ, ਉਹ ਵੀ ਸਰਬ ਕਲਾ ਸਮਰੱਥ ਨੇ। ਗੁਰੂ ਦੀ ਉਚਾਰਨ ਕੀਤੀ ਹੋਈ ਗੁਰਬਾਣੀ, ਤੁਰ ਕੀ ਬਾਣੀ, ਇਹ ਵੀ ਅਟਲ ਸਤ ਹੈ। ਗੁਰੂ ਦਾ ਦਿੱਤਾ ਹੋਇਆ ਗੁਰਮੰਤਰ, ਪੰਜ ਪਿਆਰਿਆਂ ਦੁਆਰਾ ਬਖਸ਼ਿਸ਼ ਕੀਤਾ ਹੋਇਆ ਗੁਰਮੰਤਰ, ਇਸ 'ਤੇ ਵੀ ਵਿਸ਼ਵਾਸ ਹੋਵੇ ਅਤੇ ਨਾਮ ਗੁਰਮੰਤਰ ਦੀ ਮਹਿਮਾ ਹਿਰਦੇ ਵਿੱਚ ਵਸੀ ਹੋਵੇ। ਇਸੇ ਪ੍ਰਕਾਰ ਹਰ ਗੁਰਸਿੱਖ ਨੂੰ ਮੌਤ ਯਾਦ ਰਹਿਣੀ ਚਾਹੀਦੀ ਹੈ। ਉਹਨੂੰ ਕਦੀ ਨਹੀਂ ਭੁੱਲਣਾ ਚਾਹੀਦਾ ਹੈ ਕਿ ਸਮਾਂ ਬਤੀਤ ਹੋ ਰਿਹਾ ਹੈ, ਮੌਤ ਨੇੜੇ ਆ ਰਹੀ ਹੈ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਉਹਨੂੰ ਯਾਦ ਰਹਿਣਾ ਚਾਹੀਦਾ ਹੈ ਕਿ ਮੈਂ ਆਪਣਾ ਜੀਵਨ ਖਾਣ ਪੀਣ ਸੌਣ ਹੱਸਣ ਵਾਸਤੇ ਹੀ ਨਹੀਂ ਆਇਆ, ਇੱਕ ਵੱਡਾ ਮਨੋਰਥ ਸੀਗਾ ਜਿਹਨੂੰ ਪੂਰਾ ਕਰਨਾ ਹੈ। ਇਸੇ ਪ੍ਰਕਾਰ ਮੌਤ ਨੂੰ ਹਮੇਸ਼ਾ ਨੇੜੇ ਜਾਣੇ ਕਿ ਕਿਸੇ ਵੀ ਵੇਲੇ ਮੌਤ ਆ ਸਕਦੀ ਹੈ। ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ, ਕਿ ਅਸੀਂ ਆਦਮੀ ਹਾਂ ਇੱਕਦਮੀ। ਸੋ ਸਾਨੂੰ ਨਹੀਂ ਪਤਾ ਕਿਸ ਵੇਲੇ ਦਮ ਆਉਣੇ ਬੰਦ ਹੋ ਜਾਣ। ਇਸ ਕਰਕੇ ਸਾਨੂੰ ਸਵਾਸ ਵਾਹਿਗੁਰੂ ਜੀ ਨੂੰ ਯਾਦ ਕਰਨਾ ਚਾਹੀਦਾ ਹੈ। ਸੋ ਗੁਰੂ ਪਿਆਰਿਓ, ਇਹ ਸੀਗੇ ਕੁਝ ਗੁਣ ਜਿਹੜੇ ਹਰ ਗੁਰਸਿੱਖ ਦੇ ਅੰਦਰ ਹੋਣੇ ਚਾਹੀਦੇ ਨੇ, ਤਾਂ ਹੀ ਭਗਤੀ ਨਾਮ ਸਿਮਰਨ ਹਰ ਗੁਰਸਿੱਖ ਦੇ ਹਿਰਦੇ ਵਿੱਚ ਮੌਲਦਾ ਖਿਲਦਾ ਪ੍ਰਫੁੱਲਦਾ ਹੈ। ਸੋ ਗੁਰੂ ਪਿਆਰਿਓ, ਹੁਣ ਅਸੀਂ ਵਿਚਾਰ ਕਰਨੀ ਹੈ ਕਿ ਗੁਣ ਧਾਰਨ ਕਰਨਾ ਅਤੇ ਭਗਤੀ ਕਰਨਾ ਇੱਕੋ ਗੱਲ ਹੁੰਦੀ ਹੈ ਜਾਂ ਭਗਤੀ ਅਤੇ ਗੁਣ ਧਾਰਨ ਕਰਨਾ ਦੋ ਵੱਖਰੀ ਸ਼ੈ ਨੇ। ਗੁਰੂ ਪਿਆਰਿਓ, ਨਾਮ ਸਿਮਰਨ ਗੁਰਮਤਿ ਨਾਮ ਅਭਿਆਸ ਕਮਾਈ ਅਤੇ ਗੁਣਾਂ ਨੂੰ ਧਾਰਨ ਕਰਨਾ ਇਹ ਓਤ ਪੋਤ ਹੈ। ਜਦ ਤੱਕ ਅਸੀਂ ਗੁਣਾਂ ਨੂੰ ਧਾਰਨ ਨਹੀਂ ਕਰਦੇ, ਨਾਮ ਸਿਮਰਨ ਪ੍ਰਫੁੱਲਦਾ ਨਹੀਂ ਹੈ। ਤੇ ਜੇ ਅਸੀਂ ਵਾਹਿਗੁਰੂ ਜੀ ਨੂੰ ਨਹੀਂ ਯਾਦ ਕਰਦੇ, ਉਹਨਾਂ ਦਾ ਨਾਮ ਦਾ ਸਿਮਰਨ ਨਹੀਂ ਕਰਦੇ, ਤੇ ਹੁੰਦਾ ਕੀ ਹੈ, ਸਾਡੇ ਅੰਦਰ ਜਿਹੜੇ ਗੁਣ ਨੇ ਉਹ ਗਲਣੇ ਸ਼ੁਰੂ ਹੋ ਜਾਂਦੇ ਨੇ। ਜਿਸ ਪ੍ਰਕਾਰ ਗੁਰੂ ਸਾਹਿਬ ਜੀ ਦਾ ਹੁਕਮ ਹੈ, ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ, ਕਿ ਤੇਰੇ ਗੁਣ ਗਲ ਜਾਂਦੇ ਨੇ ਜਦ ਤੂੰ ਹਰੀ ਜੀ ਨੂੰ ਵਿਸਰ ਜਾਂਦਾ ਹੈ। ਇਸ ਕਰਕੇ ਹਰੀ ਜੀ ਨੂੰ ਸਦਾ ਯਾਦ ਰੱਖਿਆ ਕਰ। ਹੁਣ ਇਸੀ ਪੰਕਤੀ ਵਿੱਚ ਪਤਾ ਲੱਗਿਆ ਕਿ ਹਰੀ ਅਤੇ ਗੁਣ ਦੋ ਵੱਖਰੀ ਸ਼ੈ ਨੇ। ਨਾਰਾਇਣ ਕੌਣ ਹੈ? ਭਾਵ ਚੰਗੇ ਗੁਣ, ਸਤ ਸੰਤੋਖ ਦਇਆ ਧੀਰਜ, ਠੀਕ ਹੈ ਨਾ। ਚੰਗੇ ਗੁਣਾਂ ਨੂੰ ਸਿਮਰ ਲਵੇ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਦੀ ਗੱਲ ਜਦੋਂ ਕਰ ਰਹੇ ਨੇ, ਉਹ ਗੋਬਿੰਦ ਹੈ ਕੌਣ ਹੈ? ਹੁਣੇ ਤੇ ਆਪਾਂ ਸਮਝ ਕੇ ਹਟੇ ਹਾਂ ਗੋਬਿੰਦ ਕੌਣ ਹੈ। ਉਹਨੇ ਚੰਗੇ ਗੁਣ ਜਿਹੜੇ ਸਾਡੇ ਅੰਦਰ ਹੀ ਨੇ। ਹੁਣ ਦੇਖੋ ਇਹਨਾਂ ਨੇ ਕੀ ਕਿਹਾ, ਇਹ ਕਹਿੰਦੇ ਨੇ ਹਰੀ ਕੌਣ ਹੈ? ਉਹ ਨਾਰਾਇਣ ਕੌਣ ਹੈ? ਉਹਨੇ ਚੰਗੇ ਗੁਣ। ਗੋਬਿੰਦ ਕੌਣ ਹੈ? ਉਹਨੇ ਚੰਗੇ ਗੁਣ। ਤੇ ਗੁਰੂ ਸਾਹਿਬ ਤਾਂ ਇੱਥੇ ਕਹਿ ਰਹੇ ਨੇ ਕਿ ਹਰ ਬਿਸਰਤ ਤੇਰੇ ਗੁਣ ਗਲਿਆ, ਕਿ ਹਰੀ ਜੀ ਨੂੰ ਵਿਸਰ ਜਾਂਦਾ ਹੈ, ਤੇਰੇ ਅੰਦਰ ਦੇ ਗੁਣ ਗਲ ਜਾਂਦੇ ਨੇ। ਕਹਿਣ ਦਾ ਭਾਵ, ਜਦ ਅਸੀਂ ਹਰੀ ਜੀ ਨੂੰ ਭੁੱਲ ਜਾਂਦੇ ਹਾਂ ਤੇ ਸਾਡੇ ਅੰਦਰੋਂ ਗੁਣ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ। ਮਤਲਬ ਹਰੀ ਜੀ ਨੂੰ ਯਾਦ ਕਰਨਾ ਵੱਖਰੀ ਸ਼ੈ ਹੈ ਅਤੇ ਗੁਣਾਂ ਨੂੰ ਧਾਰਨ ਕਰਨਾ ਵੱਖਰੀ ਸ਼ੈ ਹੈ। ਸੋ ਗੁਰੂ ਪਿਆਰਿਓ, ਇਸੇ ਪ੍ਰਕਾਰ ਵਿਣ ਗੁਣ ਕੀਤੇ ਭਗਤ ਨਾ ਹੋਏ। ਗੁਰੂ ਸਾਹਿਬ ਤਾਂ ਆਖ ਹੀ ਰਹੇ ਨੇ ਕਿ ਗੁਣਾਂ ਨੂੰ ਧਾਰਨ ਕੀਤੇ ਬਗੈਰ ਭਗਤੀ ਨਹੀਂ ਹੋ ਸਕਦੀ। ਕਹਿਣ ਦਾ ਭਾਵ, ਗੁਣਾਂ ਨੂੰ ਧਾਰਨ ਕਰਨਾ ਹੋਰ ਚੀਜ਼ ਹੈ, ਭਗਤੀ ਕਰਨਾ ਹੋਰ ਚੀਜ਼ ਹੈ। ਪਰੰਤੂ ਗੁਣਾਂ ਨੂੰ ਧਾਰਨ ਕਰਨਾ ਭਗਤੀ ਦੀ ਫਾਊਂਡੇਸ਼ਨ ਹੈ ਨਾ। ਸੋ ਜੇ ਫਾਊਂਡੇਸ਼ਨ ਹੀ ਨਹੀਂ ਬਣੂਗੀ, ਭਗਤੀ ਵਾਸਤੇ ਗੁਣ ਹੀ ਧਾਰਨ ਨਹੀਂ ਕੀਤੇ ਜਾਣਗੇ, ਤਾਂ ਭਗਤੀ ਕਿੱਦਾਂ ਹੋਊਗੀ? ਕਹਿਣ ਦਾ ਭਾਵ, ਗੁਣ ਵੀ ਧਾਰਨ ਕਰਨੇ ਨੇ, ਨਾਮ ਸਿਮਰਨ ਭਗਤੀ ਕੀਰਤਨ ਦੀ ਕਮਾਈ ਵੀ ਕਰਨੀ ਹੈ। ਅਤੇ ਉਸ ਪ੍ਰਕਾਰ ਦੀ ਕਮਾਈ ਨੂੰ ਕਰਕੇ ਸਾਡੇ ਅੰਦਰ ਜਿਹੜੇ ਗੁਣ ਪੈਦਾ ਹੋਣਗੇ, ਜਿਹੜੇ ਵਾਹਿਗੁਰੂ ਜੀ ਦੇ ਤੱਤ ਗੁਣ ਪੈਦਾ ਹੋਣਗੇ, ਉਹਨਾਂ ਗੁਣਾਂ ਦਾ ਮੁਕਾਬਲਾ ਇਸ ਦੁਨੀਆ ਵਿੱਚ ਨਹੀਂ ਹੈ। ਹੁਣ ਸਮਾਂ ਸਾਡੇ ਕੋਲ ਘੱਟ ਹੈ, ਨਹੀਂ ਤਾਂ ਆਪਾਂ ਜ਼ਰੂਰ ਗੁਰੂ ਦੇ ਸਿੱਖਾਂ ਦੇ ਗੁਣਾਂ ਦੇ ਦਰਸ਼ਨ ਕਰਦੇ। ਸੋ ਇੱਕ ਸਾਖੀ ਮੈਂ ਤੁਹਾਨੂੰ ਰਿਕਮੈਂਡ ਕਰਨੀ ਚਾਹਾਂਗਾ, ਉਹ ਹੈ ਭਾਈ ਮਾਧੋ ਜੀ, ਜਿਹੜੀ ਭਾਈ ਵੀਰ ਸਿੰਘ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖ ਦੇ ਜੀਵਨ ਦਾ ਇੱਕ ਪ੍ਰਸੰਗ ਉਹਦੇ ਵਿੱਚ ਲਿਖਿਆ ਹੈ। ਸੋ 10 ਪੇਜ ਦੀ ਸਾਖੀ ਹੈ, ਤੁਸੀਂ ਸਾਰਿਆਂ ਨੇ ਜ਼ਰੂਰ ਪੜ੍ਹਨੀ ਹੈ। ਬਾਕੀ ਤੁਸੀਂ ਸਾਰੇ ਜਾਣਦੇ ਹੀ ਹੋ, ਸਿੱਖ ਇਤਿਹਾਸ ਵਿੱਚ ਜਿਹੜੇ ਗੁਣ ਗੁਰਸਿੱਖਾਂ ਨੇ ਦਰਸਾਏ, ਉਹ ਤਾਂ ਦੁਨੀਆ ਵਿੱਚ ਕਿਸੇ ਨੇ ਵੀ ਨਹੀਂ ਦਿਖਾਏ। ਹੁਣ ਅਸੀਂ
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸ਼ਲੋਕ ਸਹਿਸਕ੍ਰਿਤੀ ਵਿੱਚ ਇੱਕ ਜਿਹੜਾ ਸ਼ਲੋਕ ਉਚਾਰਨ ਕੀਤਾ ਹੈ ਉਹਦੇ ਦਰਸ਼ਨ ਕਰਾਂਗੇ। ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਆ, ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨ ਹੈ, ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਨ ਹੈ, ਦਿਆਲੰ ਸਰਬਤਰ ਜੀਆ ਪੰਚ ਦੋਖ ਵਿਵਰਜਿਤ ਹੈ, ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ, ਉਪਦੇਸ਼ੰ ਸਮ ਮਿੱਤਰ ਛਤਰ ਹੈ, ਭਗਵੰਤ ਭਗਤ ਭਾਵਨੀ ਪਰ ਨਿੰਦਾ ਨਹਿ ਸ਼੍ਰੋਤ ਸ਼੍ਰਵਣੰ, ਆਪ ਤਿਆਗ ਸਗਲ ਰੇਣ ਕਹਿ ਖਟ ਲਖਣ ਪੂਰਨੰ ਪੁਰਖ ਹੈ, ਨਾਨਕ ਨਾਮ ਸਾਧ ਸਵਜਨ ਹੈ। ਗੁਰੂ ਸਾਹਿਬ ਜੀ ਨੇ ਇਸ ਸ਼ਬਦ ਵਿੱਚ ਪੂਰਨ ਸਾਧ ਦੇ 6 ਲੱਛਣ ਦਰਸਾਏ ਨੇ, ਜਿਹਦੀ ਪਹਿਲੀ ਪੰਕਤੀ ਅਗਰ ਤੁਸੀਂ ਧਿਆਨ ਨਾਲ ਪੜੋ ਤਾਂ ਗੁਰੂ ਸਾਹਿਬ ਕਹਿੰਦੇ ਨੇ, ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨ ਹੈ, ਕਿ ਜੋ ਪੂਰਨ ਸਾਧ ਹੈ, ਪੂਰਨ ਪੁਰਸ਼ ਹੈ ਸ੍ਰਿਸ਼ਟੀ ਵਿੱਚ, ਉਹਦੇ ਰਸਨਾ ਤੇ ਕੀ ਹੋਏਗਾ, ਯਾਨੀ ਕਿ ਰਮੇ ਹੋਏ ਰਾਮ ਵਾਹਿਗੁਰੂ ਜੀ ਦਾ ਨਾਮ ਮੰਤਰ ਨੂੰ ਹਰ ਵੇਲੇ ਜਪਦੇ ਹੀ ਰਹਿਣਗੇ, ਚਾਹੇ ਰਸਨਾ ਨਾਲ ਜਪਣ, ਚਾਹੇ ਸਵਾਸ ਜਪਣ, ਚਾਹੇ ਸੁਰਤੀ ਨਾਲ ਜਪਣ, ਭਾਵੇਂ ਦਿਲ ਦੀ ਧੜਕਣ ਨਾਲ ਜਪਣ, ਭਾਵੇਂ ਨਾਭੀ ਵਿੱਚ ਪਰਾ ਜਾਪ ਦੁਆਰਾ ਜਪਣ, ਹਰ ਵੇਲੇ ਕੰਟੀਨਿਊਸਲੀ ਨਿਰੰਤਰ ਸਹਿਜ ਸੁਭਾਅ ਉਹਨਾਂ ਦਾ ਨਾਮ ਸਿਮਰਨ ਚੱਲਦਾ ਹੀ ਰਹੇ। ਅਗਲੀ ਜਿਹੜੀ ਪੰਕਤੀਆਂ ਨੇ ਉਹਦੇ ਵਿੱਚ ਗੁਰੂ ਸਾਹਿਬ ਗੁਣਾਂ ਦੀ ਗੱਲ ਕਰਨਗੇ ਕਿ ਉਸ ਪੂਰਨ ਸਾਧ ਦੇ ਲੱਛਣ, ਉਹਦੇ ਗੁਣ ਕੀ ਨੇ, ਤੇ ਗੁਰੂ ਸਾਹਿਬ ਕਹਿੰਦੇ ਨੇ, ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਨ ਹੈ, ਕਿ ਉਸ ਦੀ ਜਿਹੜੀ ਜੀਵਨ ਜੀਵਨ ਦੀ ਜੁਗਤੀ ਹੋਵੇਗੀ ਉਹ ਨਿਰਮਲ ਨਿਰਵੈਰ ਹੋਵੇਗੀ, ਕਿਸੇ ਨਾਲ ਵੀ ਵੈਰ ਵਿਰੋਧ ਨਹੀਂ ਹੋਏਗਾ, ਸਾਰਿਆਂ ਨਾਲ ਪ੍ਰੇਮ ਹੋਊਗਾ। ਇਸੇ ਪ੍ਰਕਾਰ ਦੁੱਖ ਅਤੇ ਸੁੱਖ ਨੂੰ ਸਮ ਕਰਕੇ ਜਾਣਦਾ ਹੋਏਗਾ, ਦੁੱਖ ਵਿੱਚ ਵੀ ਵਾਹਿਗੁਰੂ ਜੀ ਨੂੰ ਯਾਦ ਕਰਦਾ ਹੋਏਗਾ, ਸੁੱਖ ਵਿੱਚ ਵੀ ਵਾਹਿਗੁਰੂ ਜੀ ਨੂੰ ਯਾਦ ਕਰਦਾ ਹੋਏਗਾ। ਇਸੇ ਪ੍ਰਕਾਰ ਗੁਰੂ ਸਾਹਿਬ ਕਹਿੰਦੇ ਨੇ, ਦਿਆਲੰ ਸਰਬਤਰ ਜੀਆ, ਸਾਰੇ ਜੀ ਜੰਤੂਆਂ ਤੇ ਦਇਆ ਹੋਵੇਗੀ, ਪੰਚ ਦੋਖ ਵਿਵਰਜਿਤ ਹੈ, ਪੰਜਾਂ ਵਿਕਾਰਾਂ ਤੇ ਪੂਰਾ ਕਾਬੂ ਪਾ ਲੇਗਾ। ਫਿਰ ਕਹਿੰਦੇ ਨੇ, ਭੋਜਨੰ ਗੋਪਾਲ ਕੀਰਤਨੰ, ਗੋਪਾਲ ਭਾਵ ਵਾਹਿਗੁਰੂ ਜੀ ਦਾ ਕੀਰਤਨ, ਉਹਨਾਂ ਦੀ ਗੁਰਬਾਣੀ ਦਾ ਕੀਰਤਨ ਉਸ ਦਾ ਭੋਜਨ ਹੋਏਗਾ, ਅਖੰਡ ਕੀਰਤਨ ਤਿੰਨ ਭੋਜਨ ਚੂਰਾ ਕਹੋ ਨਾਨਕ ਜਿਸ ਸਤਿਗੁਰ ਪੂਰਾ। ਸੋ ਇਸ ਪ੍ਰਕਾਰ ਦੇ ਗੁਣਾਂ ਦੇ ਧਾਰਨੀ ਹੋਵੇਗਾ। ਸੋ ਇਸੇ ਸ਼ਬਦ ਵਿੱਚ ਅੱਗੇ ਜਾ ਕੇ ਗੁਰੂ ਸਾਹਿਬ ਕਹਿੰਦੇ ਨੇ, ਪਰ ਨਿੰਦਾ ਨਹਿ ਸ਼੍ਰੋਤ ਸ਼੍ਰਵਣੰ, ਪਰਾਈ ਨਿੰਦਾ ਨੂੰ ਆਪਣੇ ਕੰਨਾਂ ਨਾਲ ਨਹੀਂ ਸੁਣੇਗਾ, ਆਪ ਤਿਆਗ ਸਗਲ ਰੇਣ ਕਹਿ, ਸਾਰੇ ਗੁਰਸਿੱਖਾਂ ਦੀ ਚਰਨਾਂ ਦੀ ਧੂੜ ਬਣ ਜਾਏਗਾ। ਇਹ ਸਾਰੇ ਲੱਛਣ ਜਿਹਦੇ ਵਿੱਚ ਹੋਣਗੇ ਉਹ ਨੇ ਪੂਰਨ ਸਾਧ ਸਵਜਨ। ਸੋ ਇਸ ਪ੍ਰਕਾਰ ਇਸ ਸ਼ਬਦ ਵਿੱਚ ਗੁਰੂ ਸਾਹਿਬ ਨੇ ਸਾਨੂੰ ਦੱਸ ਦਿੱਤਾ ਕਿ ਭਗਤੀ ਵੱਖਰੀ ਸ਼ੈ ਹੈ ਤੇ ਗੁਣਾਂ ਨੂੰ ਧਾਰਨ ਕਰਨਾ ਵੱਖਰੀ ਸ਼ੈ ਹੈ, ਪਰ ਓਤ-ਪੋਤ ਹੈ। ਤਾਂ ਹੀ ਤਾਂ ਪਹਿਲੀ ਪੰਕਤੀ ਵਿੱਚ ਮੰਤਰੰ ਰਾਮ ਰਾਮ ਨਾਮੰ ਦੀ ਗੱਲ ਆਈ ਤੇ ਫਿਰ ਗੁਣਾਂ ਦੀ ਗੱਲ ਆਈ। ਕਹਿਣ ਦਾ ਭਾਵ, ਜੇ ਸੰਪੂਰਨ ਭਗਤੀ ਕਰਨੀ ਹੈ, ਜੇ ਪੂਰਨ ਵਾਹਿਗੁਰੂ ਜੀ ਦੇ ਅਨੁਸਾਰ ਚੱਲਣਾ ਹੈ ਤੇ ਭਗਤੀ ਵੀ ਜ਼ਰੂਰੀ ਹੈ ਅਤੇ ਗੁਣਾਂ ਨੂੰ ਧਾਰਨ ਕਰਨਾ ਵੀ ਜ਼ਰੂਰੀ ਹੈ। ਸੋ ਹੈ ਗੁਰੂ ਕੇ ਸਿੱਖੋ, ਆਓ ਆਪਾਂ ਗੁਰੂ ਸਾਹਿਬ ਦਰਸਾਏ ਮਾਰਗ ਤੇ ਚੱਲੀਏ। ਸ਼ੰਕੇ ਕਰਨਾ, ਤਰਕਾਂ ਕਰਨਾ ਛੱਡ ਕੇ ਪ੍ਰੇਮ ਸ਼ਰਧਾ ਨਿਮਰਤਾ ਸਹਿਤ ਗੁਰੂ ਦੇ ਦੱਸੇ ਵਾਟ ਤੇ ਚੱਲੀਏ। ਆਓ ਆਪਾਂ ਗੁਰੂ ਦੇ ਸੱਚੇ ਸੁੱਚੇ ਮੁਰੀਦ ਬਣ ਕੇ ਉਹਨਾਂ ਦੀ ਗੁਰਬਾਣੀ ਦਾ ਨਿਰੰਤਰ ਜਾਪ ਅਭਿਆਸ ਕਮਾਈ ਵਿਚਾਰ ਕਰੀਏ ਅਤੇ ਗੁਰਬਾਣੀ ਨੂੰ ਜੀਵਨ ਵਿੱਚ ਕਮਾਈਏ। ਹਰ ਵੇਲੇ ਵਾਹਿਗੁਰੂ ਜੀ ਦੀ ਯਾਦ ਵਿੱਚ ਰਹੀਏ। ਇਸ ਪ੍ਰਕਾਰ ਸੰਸਾਰ ਦਾ ਵੀ ਭਲਾ ਕਰੀਏ ਤੇ ਆਪਣਾ ਪਰਮਾਰਥੀ ਜੀਵਨ ਵੀ ਸੁਧਾਰੀਏ। ਵੀਡੀਓ ਵਿੱਚ ਬੋਲਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹਨ, ਕਿਰਪਾ ਕਰਕੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।